अज दे डॉक्टर कृष्णेंद्र कुमार जी डायरैक्टर एजुकेशन मैडम जी ने विशेष तौर पर दसिया कि जिथे भी इन्हों दुखी बंदा असी उमराय साहब की लंबी उम्र ਲਈ साढ़े सिर के उत्ते इस तरह ही हमेशा बनया रहे। प्लीज हैंड ओवर द चेक टू द प्रिंसिपल सर। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ ਪਟਿਆਲਾ ਦੇ ਮੁਲਤਾਨੀ ਮਲ ਮੋਦੀ ਕਾਲਜ ਵਿੱਚ ਜ਼ਰੂਰਤਮੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਤਕਰੀਬਨ 10 ਲੱਖ ਰੁਪਏ ਦੀ ਫੀਸ ਦੀ ਇਮਦਾਦ ਦਾ ਚੈੱਕ ਅੱਜ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਨੂੰ ਮੋਦੀ ਕਾਲਜ ਵਿਖੇ ਸੌਂਪਿਆ ਗਿਆ। I request principal sir give the micro. ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਇੱਕ ਸਕੀਮ ਹੈਗੀ ਜਿਹੜੀ ਕਿ ਐਜੂਕੇਸ਼ਨ ਦੀ 2013 ਦੇ ਵਿੱਚ ਇੱਕ ਫੰਕਸ਼ਨ ਹੋਇਆ ਸੀ ਇੱਥੇ ਮੋਦੀ ਕਾਲਜ ਜਿਸ 'ਚ ਮੈਨੂੰ ਇੱਥੇ ਮੁੱਖ ਮਹਿਮਾਨ ਬੁਲਾਇਆ ਗਿਆ। ਸੋ ਉਦੋਂ ਪ੍ਰਿੰਸੀਪਲ ਸਾਹਿਬ ਨੂੰ ਪੁੱਛਿਆ ਸੀ, ਮੈਂ ਕਿਹਾ ਬੱਚੇ ਤਾਂ ਕਾਫੀ ਸਾਡੇ ਲੱਗਦੇ ਨੇ ਕਿ ਪਿੰਡਾਂ ਦੇ ਨੇ ਅਤੇ ਫੀਸਾਂ ਦੀ ਕੋਈ ਜ਼ਰੂਰਤ। ਫਿਰ ਦੱਸਿਆ ਇਹਨਾਂ ਨੇ, ਕਹਿੰਦੇ ਵੀ ਕੱਲ੍ਹ ਹੀ ਅਸੀਂ 100 ਬੱਚਾ ਜਿਹੜਾ ਸੀ ਲੜਕੀਆਂ ਸਾਡੀਆਂ ਸੀ ਪਿੰਡਾਂ ਦੀਆਂ ਅਸੀਂ ਵਾਪਸ ਭੇਜੀਆਂ ਨੇ ਕਿਉਂਕਿ ਉਹਨਾਂ ਕੋਲ ਕੁਛ ਵੀ ਪੈਸੇ ਨਹੀਂ ਸੀ। ਫਿਰ ਅਸੀਂ ਗੱਲਬਾਤ ਕਰਕੇ ਕਿਹਾ, ਮੈਂ ਕਿਹਾ ਜੀ ਕਾਲਜ ਵੱਲੋਂ ਆਪਾਂ ਕਿੰਨਾ ਕੁ ਛੱਡ ਸਕਦੇ ਹਾਂ। ਸੋ ਇਹਨਾਂ ਨੇ ਦੱਸਿਆ ਕਿ ਅਸੀਂ ਕੁਛ ਅਮਾਊਂਟ ਜਿਹੜਾ ਕਿ ਅਸੀਂ ਕਾਲਜ ਵੱਲੋਂ ਮਾफ़ ਕਰ ਦਿਆਂਗੇ। 22-23 ਹਜ਼ਾਰ ਦੀ ਉਹਨਾਂ ਦੀ ਕੋਈ ਫੀਸ ਸੀਗੀ ਅਤੇ ਟਰਸਟ ਵੱਲੋਂ 10,000 ਰੁਪਇਆ ਇੱਕ ਬੱਚੇ ਦਾ ਜਿਹੜਾ ਅਸੀਂ ਪਾਸ ਕਰ ਦਿੱਤਾ। ਉਸ ਟਾਈਮ 100 ਲੜਕੇ ਸੀ, ਅਸੀਂ ਤਕਰੀਬਨ ਸਾਰੀਆਂ ਲੜਕੀਆਂ ਕਵਰ ਕੀਤੀਆਂ। ਅੱਜ ਸਾਡਾ 7ਵਾਂ ਸਾਲ ਹੈ। ਅੱਜ ਵੀ ਤਕਰੀਬਨ 95 ਲੜਕੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਮੈਰਿਟ 'ਚ ਆ ਰਹੀਆਂ ਨੇ। ਕੁਛ ਇਹੋ ਜਿਹੀ ਲੜਕੀਆਂ ਜਿਹੜੇ ਕਿ ਸਿੰਗਲ ਪੇਰੈਂਟਸ ਹੈ ਜਾਂ ਪੇਰੈਂਟਸ ਲੈਸ ਨੇ। ਸੋ ਉਹਨਾਂ ਬੱਚਿਆਂ ਦੀ ਜਿਹੜੀ ਫੀਸਿਸ ਹੈਗੀਆਂ ਅੱਜ ਅਸੀਂ 9,50,000 ਦਾ ਚੈੱਕ ਜਿਹੜਾ ਉਹ ਇਹਨਾਂ ਨੂੰ ਸਪੁਰਦ ਕੀਤਾ ਜੀ। ਦੇਖੋ ਜਿਸ ਤਰ੍ਹਾਂ ਸਾਰੇ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਦਾ ਜਿਹੜਾ ਇਸ ਲਈ ਮੁਹਿੰਮ ਚੱਲ ਰਹੀ ਸਾਰੀ ਇਹ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਹੋਈ ਸੀ, ਜਿਹੜੇ ਕਿ ਅਸੀਂ ਕਹਿ ਸਕਦੇ ਟੋਲ ਪਲਾਜ਼ਾ ਹੋ ਗਏ ਜਾਂ ਪੰਪਾਂ ਤੋਂ ਸ਼ੁਰੂ ਹੋ ਕੇ ਧਰਨੇ ਲੱਗਣੇ ਸ਼ੁਰੂ ਹੋਏ। ਵੱਧਦੇ 2 ਮਹੀਨੇ ਬਾਅਦ ਜਦੋਂ ਸੁਣਵਾਈ ਨਹੀਂ ਹੋਈ ਅਤੇ ਉਹਨਾਂ ਨੂੰ ਮਜਬੂਰਨ ਦਿੱਲੀ ਵਾਲੇ ਪਾਸੇ ਜਿਹੜਾ ਕੂਚ ਕਰਨਾ ਪਿਆ। ਅੱਜ ਉੱਥੇ ਮਹੀਨਾ ਹੋ ਚਲਿਆ ਉੱਥੇ ਵੀ। ਸੋ ਕਿਸਾਨ ਸਾਡੇ ਭਰਾ ਬੈਠੇ ਨੇ ਉੱਥੇ। ਸਰਵੇ ਦੇ ਪਹਿਲੇ ਵੱਲੋਂ ਜਿਸ ਤਰ੍ਹਾਂ ਕਿ ਕਦੀ ਵੀ ਕੋਈ ਆਫਤ ਆਉਂਦੀ ਹੈ, ਜਿਸ ਤਰ੍ਹਾਂ ਕੋਈ ਹੜ੍ਹ ਆ ਗਏ, ਕਿਤੇ ਕੋਈ ਭੂਚਾਲ ਆ ਗਏ ਜਿੱਦਾਂ ਨੇਪਾਲ 'ਚ ਆਏ ਸੀ, ਜਾਂ ਇੱਥੇ ਵੀ ਹੜ੍ਹ ਆ ਗਏ ਆਪਣੇ ਲੋਹੀਆਂ ਸਾਈਡ ਲੁਧਿਆਣਾ ਸਾਈਡ। ਸੋ ਉੱਥੇ ਟਾਈਮ ਟੂ ਟਾਈਮ ਹੈਲਪ ਕੀਤੀ ਜਾਂਦੀ ਹੈ। ਕਰੋਨਾ ਵਾਇਰਸ ਆ ਗਿਆ ਉਦੋਂ ਵੀ ਸਰਬੱਤ ਭਲਾ ਟਰਸਟ ਵੱਲੋਂ ਤਕਰੀਬਨ 6-7 ਮਹੀਨੇ ਜਿਹੜੀ ਹੈ ਫੁੱਲ, ਚਾਹੇ ਮੈਡੀਕਲ ਏਡ ਸੀਗੀ, ਮੈਡੀਕਲ ਇਕਵਿਪਮੈਂਟ ਹੋ ਗਏ, ਕਿੱਟਾਂ ਹੋ ਗਈਆਂ ਜਾਂ ਰਾਸ਼ਨ ਹੋ ਗਿਆ, ਇਹ ਸਾਰਾ ਸਪਲਾਈ ਕੀਤਾ ਗਿਆ। ਅਜੇ ਕਰੋਨਾ ਅਜੇ ਖਤਮ ਹੋਇਆ ਨਹੀਂ ਸੀ ਅਤੇ ਕਿ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋ ਗਿਆ। ਸੋ ਜਦੋਂ 25 ਤਰੀਕ ਨੂੰ ਸ਼ੰਭੂ ਬੈਰੀਅਲ 'ਤੇ ਸਾਰੇ ਇਕੱਠੇ ਹੋਏ ਕਿ 26 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਸੀ ਅਤੇ ਉਦੋਂ ਅਸੀਂ 20 ਟਨ ਦੇ ਕਰੀਬ ਰਾਸ਼ਨ ਜਿਹੜਾ ਇੱਥੇ ਭੇਜ ਦਿੱਤਾ ਸੀਗਾ। ਜਿਹੜਾ ਸੁੱਕਾ ਰਾਸ਼ਨ ਸੀ ਲੰਗਰ ਲਗਾ ਦਿੱਤੇ ਅਤੇ ਟਰਾਲੀਆਂ ਵਿੱਚ ਬਾਕੀ ਜੋ ਸਮਾਨ ਬਚਿਆ ਅਸੀਂ ਨਾਲ ਸਾਰਾ ਤੋੜ ਦਿੱਤਾ ਕਿ ਦਿੱਲੀ ਜਾ ਕੇ ਕੰਮ ਆਏਗਾ। ਉਸ ਤੋਂ ਬਾਅਦ ਧੁੰਦ ਦੇ ਕਾਰਨ ਕਰਕੇ ਰਿਫਲੈਕਟਰ ਲਗਾਉਣੇ ਸ਼ੁਰੂ ਕੀਤੇ। ਜਦੋਂ ਸਾਡੀ ਟੀਮਾਂ ਨੇ ਸਾਰਾ ਉੱਥੇ ਜਾ ਕੇ ਵਿਜ਼ਿਟ ਕੀਤਾ, ਸਰਵੇ ਕੀਤਾ ਵੀ ਕਿਸ ਚੀਜ਼ ਦੀ ਜ਼ਰੂਰਤ ਹੈ, ਤਾਂ ਅਸੀਂ ਟਾਈਮ ਟੂ ਟਾਈਮ ਚਾਹੇ ਕੁਛ ਵੀ ਉਹਨੂੰ ਚਾਹੇ ਉਹ ਬਲੈਂਕਟ ਨੇ, ਚਾਹੇ ਜੈਕਟਸ ਹੈਗੀਆਂ, ਚਾਹੇ ਟਾਵਲਸ ਹੈਗੇ ਨੇ, ਈਵਨ ਜਿਹੜੇ ਸਲੀਪਰ ਹੈਗੇ 15,000 ਦੇ ਕਰੀਬ ਸਲੀਪਰ ਭੇਜੇ ਗਏ ਉੱਥੇ। ਫਿਰ ਲੋੜ ਮਹਿਸੂਸ ਕੀਤੀ ਗਈ ਕਿ ਜਿਹੜੇ ਮੈਡੀਸਨ ਦੀ ਬਹੁਤ ਲੋੜ ਹੈ ਕਿ ਕੋਈ ਕਿਸਾਨ ਬਿਮਾਰ ਹੋਣੇ ਸ਼ੁਰੂ ਹੋ ਗਏ ਸੀ ਸਰਦੀਆਂ ਵਿੱਚ। ਅਤੇ ਅਸੀਂ 14 ਡਾਕਟਰਾਂ ਦੀ ਟੀਮ ਜਿਹੜੀ ਹੈ ਪਹਿਲਾਂ ਸ਼ੰਭੂ ਬੈਰੀਅਲ ਦੇ ਉੱਤੇ, ਸਿੱਧੂ ਬਾਰਡਰ ਦੇ ਉੱਤੇ, ਫਿਰ ਦੂਸਰੇ ਬਾਰਡਰ ਦੇ ਉੱਤੇ। ਹੁਣ ਦੋਨੋਂ ਪਾਸੇ ਸਾਡੇ ਇਸ ਲਈ ਡਾਕਟਰਸ ਲੱਗੇ ਹੋਏ ਨੇ। ਮੈਡੀਸਨ ਸਾਡੀ ਡੇਲੀ ਬੇਸ 'ਤੇ ਸ਼ਾਮ ਨੂੰ ਸਾਨੂੰ ਲਿਸਟ ਆ ਜਾਂਦੀ ਕਿ ਕਿਹੜੀ ਮੈਡੀਸਨ ਦੀ ਲੋੜ ਆ ਉੱਥੇ। ਸਵੇਰੇ 4-4:30 ਵਜੇ ਸਾਡੀ ਗੱਡੀ ਨਿਕਲ ਜਾਂਦੀ ਹੈ ਮੈਡੀਸਨ ਲੈ ਕੇ। ਸੋ ਦੋਨਾਂ ਪਾਸੇ ਅਸੀਂ ਮੈਡੀਸਨ ਦੇ ਰਹੇ ਹਾਂ। 6 ਐਂਬੂਲੈਂਸ ਸਾਡੀਆਂ ਉੱਥੇ ਖੜੀਆਂ ਨੇ ਜਿਹੜੀਆਂ ਵੱਖ-ਵੱਖ ਲੋਕੇਸ਼ਨ ਦੇ ਉੱਤੇ, ਜਿਨ੍ਹਾਂ 'ਚੋਂ ਇੱਕ ਐਂਬੂਲੈਂਸ ਜਿਹੜੀ ਹੈ ਉਹ ਵੈਂਟੀਲੇਟਰ ਫੈਸਿਲਿਟੀ ਨਾਲ ਦਿੱਤੀ ਹੋਈ ਹੈ ਤਾਂ ਜੋ ਜ਼ਰੂਰਤ ਹੋਏ ਅਤੇ ਅਸੀਂ ਕਿਸਾਨ ਭਰਾਵਾਂ ਦੀ ਜਿਹੜੀ ਉਹ ਸੇਵਾ ਕਰ ਸਕੀਏ। ਜਿੱਥੇ ਇਹ ਸਾਰੀ ਚੀਜ਼ਾਂ ਲੋੜ ਪਈ ਫਿਰ ਸਾਨੂੰ ਉੱਥੇ ਡਿਮਾਂਡ ਕੀਤੀ ਗਈ ਕਿ ਲੇਡੀਜ਼ ਬਹੁਤ ਜਾ ਰਹੀਆਂ ਨੇ, ਲੇਡੀਜ਼ ਵਾਸਤੇ ਟੈਂਟ ਚਾਹੀਦੇ, ਅਕੋਮੋਡੇਸ਼ਨ ਨਹੀਂ ਸੀ ਉਹਨਾਂ ਦੀ। ਸੋ ਅਸੀਂ ਫਿਰ ਟੈਂਟ ਜਿਹੜੇ ਉਹ ਵਾਟਰਪ੍ਰੂਫ ਟੈਂਟ ਲਾ ਕੇ ਅਤੇ ਉਹ ਕਿਤੇ ਨਾਲ ਹੁਣ ਟੋਇਲਟਸ ਦੀ ਜਿਹੜੀ ਹੈ ਕੁਛ ਟੋਇਲਟ ਅਸੀਂ ਜਿਹੜੇ ਆ ਉਹ ਜਿਹੜੇ ਪੱਕੇ ਟੋਇਲਟ ਬਣਾਤੇ ਨੇ।
ਕੁਛ ਜਿਹੜੇ ਅਸੀਂ 200 ਦੇ ਉੱਤੇ ਜਿਹੜੇ ਤਕਰੀਬਨ ਅਸੀਂ ਉਹ ਜਿਹੜੇ ਮਤਲਬ ਕਿ ਖੱਡਾ ਖੋਦ ਕੇ ਤੇ ਉੱਤੇ ਬਣਾ ਕੇ ਕਵਰ ਕਰਕੇ ਉਹ ਟਾਇਲਟ ਬਣਾ ਰਹੇ ਹਾਂ। ਸੋ ਇਸ ਤਰੀਕੇ ਨਾਲ ਜੋ ਚੀਜ਼ ਦੀ ਲੋੜ ਆ, ਅੱਜ ਸਾਡੀਆਂ ਦੋਨਾਂ ਤਿੰਨਾਂ ਬਾਰਡਰਾਂ ਤੇ ਸਾਡੇ ਇੱਕ ਡਿਸਟ੍ਰਿਕਟ ਦੀ ਟੀਮ ਜਿਹੜੀ ਹੈ ਉਹ 3-3 ਦਿਨ ਰਹਿੰਦੀ ਹੈ ਉੱਥੇ। ਉਸ ਤੋਂ ਬਾਅਦ ਉਹ ਟੀਮ ਵਾਪਸ ਆ ਜਾਂਦੀ ਹੈ, ਦੂਜੀ ਟੀਮ ਚੱਲ ਜਾਂਦੀ ਹੈ। ਤੋ ਜਿੱਥੇ ਤਰਪਾਲਾਂ ਦੀ ਲੋੜ ਹੈ ਤਰਪਾਲ ਜਾ ਰਹੇ ਨੇ। ਸੋ ਇਸ ਤਰੀਕੇ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਉੱਥੇ ਜਾਰੀ ਹੈ। ਅਗਰ ਅਸੀਂ ਨਿਹੰਗ ਸਿੰਘਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਗਿਣਤੀ ਜਿਸ ਨੇ ਘੋੜੇ ਉੱਥੇ ਪਹੁੰਚ ਚੁੱਕੇ ਹੋਏ ਨੇ। ਸੋ ਲੰਗਰ ਤਾਂ ਸਾਰੇ ਪਾਸੇ ਲੱਗੇ ਹੋਏ ਸੀ, ਲੇਕਿਨ ਟਰਸਟ ਵੱਲੋਂ ਸਾਡੇ ਦਿਮਾਗ 'ਚ ਇਹ ਆਇਆ ਕਿ ਜਿਹੜੇ ਘੋੜਿਆਂ ਦੀ ਖੁਰਾਕ ਇਹਦਾ ਵੀ ਇੰਤਜ਼ਾਮ ਕਰਨਾ ਚਾਹੀਦਾ। ਸੋ ਅਸੀਂ ਸਭ ਤੋਂ ਪਹਿਲਾਂ 50 ਕੁਇੰਟਲ ਜਿਹੜੀ ਹੈ ਛੋਲਿਆਂ ਦਾ ਹੋ ਗਿਆ ਜਾਂ ਦਾਲਾਂ ਦੋਲਾਂ ਦਾ ਹੋ ਗਿਆ, ਇਸ ਲਈ ਸੁੱਕਾ ਚਾਰਾ ਸੀ ਘੋੜਿਆਂ ਦਾ, ਉਹ ਅਸੀਂ ਭੇਜਿਆ। ਉਸ ਤੋਂ ਬਾਅਦ ਹਰ ਹਫ਼ਤੇ ਦੇ ਕਰੀਬ ਸਾਡੇ ਇੱਥੋਂ ਤੂੜੀ ਅਤੇ ਹਰਾ ਪੱਠਾ ਜਿਹੜਾ ਉਹ ਘੋੜਿਆਂ ਵਾਸਤੇ ਰੈਗੂਲਰ ਤੌਰ 'ਤੇ ਜਾ ਰਿਹਾ। ਜਿੱਥੇ ਸਾਰਾ ਕੁਝ ਅਸੀਂ ਕਰ ਰਹੇ ਹਾਂ, ਕੁਝ ਸਾਡੀਆਂ ਟੀਮਾਂ ਦੇਖਦੀਆਂ ਨੇ ਕਿ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ, ਅਸੀਂ ਆਪ ਪੂਰੀ ਕਰ ਦਿੰਦੇ ਹਾਂ। ਕੁਛ ਅਗਰ ਉਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਨੂੰ ਕੋਈ ਡਿਮਾਂਡ ਆਉਂਦੀ ਅਸੀਂ ਉਹ ਪੂਰੀ ਕਰ ਦਿੰਦੇ ਹਾਂ। ਜਿਸ ਤਰ੍ਹਾਂ ਹੁਣ ਮੈਂ ਆਪ ਗਿਆ ਅਤੇ ਮੈਨੂੰ ਦੇਖਣ ਜਾਇਆ ਕਿ ਗੰਦ ਬੜਾ ਪੈ ਰਿਹਾ, ਉੱਥੇ ਗੰਦਗੀ ਫੈਲ ਰਹੀ ਹੈ। ਸੋ ਟਰਾਲੀ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਭਾਈ ਸਫਾਈ ਆਪਣਾ ਆਲਾ ਦੁਆਲਾ ਸਾਫ਼ ਰੱਖੋ। ਸੋ ਅਸੀਂ ਫਿਰ ਤਕਰੀਬਨ 2-2.5 ਹਜ਼ਾਰ ਝਾੜੂ ਜਿਹੜਾ ਵੱਡਾ ਬਣਾ ਕੇ ਝਾੜੂ ਭੇਜ ਕੇ ਟਰਾਲੀ ਵਾਲਿਆਂ ਨੂੰ ਦਿੱਤਾ ਵੀ ਤੁਸੀਂ ਆਲਾ ਦੁਆਲਾ ਆਪਣਾ ਸਾਫ਼ ਰੱਖੋ। ਅਤੇ ਅੱਜ ਸਾਡੇ ਜਿਹੜੇ ਗਾਰਬੇਜ ਬੈਗ ਨੇ ਕਾਲੇ ਉਹ ਵੀ ਜਾ ਰਹੇ ਨੇ ਕਿ ਕਮ ਸੇ ਕਮ ਸਫਾਈ ਕਰਕੇ ਉਹਨੂੰ ਰੱਖੋ ਅਤੇ ਆਪਣੀ ਟਰਾਲੀ ਯੂਜ਼ ਕਰਕੇ ਅਤੇ ਉਹਨੂੰ ਬਾਹਰ ਜਾ ਕੇ ਉਹਨੂੰ ਸਿੱਟ ਕੇ ਆਓ, ਤਾਂ ਜੋ ਅਸੀਂ ਮੱਛਰ ਜਾਂ ਹੋਰ ਜਿਹੜੀ ਬਿਮਾਰੀਆਂ ਫੈਲਣ ਤੋਂ ਅਸੀਂ ਉਹਨੂੰ ਬਚਾ ਸਕੀਏ। ਸੋ ਇਸ ਤਰ੍ਹਾਂ ਦੀ ਸਾਰੀਆਂ ਜਿਹੜੀ ਮੇਨ ਚੀਜ਼ ਸੀ ਕਿ ਜਦੋਂ ਮੈਂ ਉੱਥੇ ਗਿਆ ਸਟੇਜ 'ਤੇ, ਉਦੋਂ 11 ਜਿਹੜੇ ਸੀ ਸਾਡੇ ਕਿਸਾਨ ਸ਼ਹੀਦ ਹੋ ਚੁੱਕੇ ਸੀ ਉਦੋਂ ਤੱਕ। ਸੋ ਉਦੋਂ ਮੈਂ 11 ਦੀ ਅਨਾਊਂਸਮੈਂਟ ਕੀਤੀ ਸੀ। ਹੁਣ ਤਾਂ ਗਿਣਤੀ ਕਾਫੀ ਵੱਧ ਗਈ ਹੈ, ਲੇਕਿਨ ਫਿਰ ਵੀ ਜਿਹੜੇ ਉੱਥੇ ਸਾਡੇ ਕਿਸਾਨ ਭਾਈ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ 10-10 ਹਜ਼ਾਰ ਰੁਪਏ ਮਹੀਨਾ ਜਿਹੜੀ ਅਸੀਂ ਪੈਨਸ਼ਨ ਲਗਾ ਦਿੱਤੀ ਹੋਈ ਹੈ। ਉਹਦੇ ਲਈ ਫਾਰਮ ਵਗੈਰਾ ਭਰੇ ਜਾਂਦੇ ਨੇ। ਸਿੱਖ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਜਿਹੜੇ ਮੋਢੀ ਹੈਗੇ ਨੇ ਉਹਨਾਂ ਦੀ ਸਟੈਂਪ ਲੱਗੇਗੀ। ਉਸ ਤੋਂ ਬਾਅਦ ਹੀ ਜਿਹੜਾ ਕਿ ਉਹਨੂੰ ਸ਼ਹੀਦ ਮੰਨਿਆ ਜਾਏਗਾ ਵੀ ਹਾਂ ਵਾਕਈ ਹੀ ਇਹ ਜਿਹੜਾ ਇਸ ਸੰਘਰਸ਼ ਵਿੱਚ ਜਿਹੜਾ ਇਹ ਸ਼ਹੀਦ ਹੋਇਆ। ਸੋ ਉਹਨੂੰ ਟਰਸਟ ਵੱਲੋਂ ਜਿਹੜੀ ਉਹ ਪੈਨਸ਼ਨ ਵੀ ਲਗਾਈ ਜਾ ਰਹੀ ਹੈ। ਤੋ ਇਨ ਫਿਊਚਰ ਆਲਸੋ ਅਸੀਂ ਨਾਲ ਖੜੇ ਹਾਂ। ਇਹ ਟਰਸਟ ਵੈਸੇ ਅਸੀਂ ਮੰਨਦੇ ਹਾਂ ਕਿ ਜਿੰਨੀ ਜਲਦੀ ਜਿਹੜਾ ਇਹ ਸੰਘਰਸ਼ ਖਤਮ ਹੋਵੇ, ਮੰਗਾਂ ਇਹਨਾਂ ਦੀ ਮੰਗੀਆਂ ਜਾਣ ਅਤੇ ਇਸ ਜਿਹੜੇ ਮਤਲਬ ਕਾਨੂੰਨ ਸਾਰੇ ਵਾਪਸ ਲਏ ਜਾਣ, ਅਤੇ ਤਾਂ ਜੋ ਲੋਕ ਜਿਹੜੇ ਨੇ ਸਰਦੀਆਂ ਵਿੱਚ ਬੁੱਢੇ ਬਜ਼ੁਰਗ ਮਾਤਾਵਾਂ ਸਾਡੀਆਂ ਬੈਠੀਆਂ ਵਾਪਸ ਆਉਣ। ਅਗਰ ਇਹ ਸੰਘਰਸ਼ ਲੰਮਾ ਚੱਲਦਾ ਹੈ ਅਤੇ ਜਿੰਨਾ ਚਿਰ ਵੀ ਚੱਲੇਗਾ, ਸਰਬੱਤ ਦਾ ਭਲਾ ਟਰਸਟ ਜਿਹੜਾ ਅਸੀਂ ਪੂਰਾ ਮੋਢੇ ਨਾਲ ਮੋਢਾ ਲਾ ਕੇ ਉੱਥੇ ਖੜੇ ਹਾਂ। ਉਹਦੀ ਹਰ ਰਿਕੁਆਇਰਮੈਂਟ ਜਿਹੜੀ ਅਸੀਂ ਟਾਈਮ ਟੂ ਟਾਈਮ ਪੂਰੀ ਕਰਾਂਗੇ।